सत श्री अकाल दोस्तों, वेलकम टू डोरस्टैप एजुकेशन पॉइंट। उम्मीद करदा तुसी सब बहुत ही वधिया होने आ। अज दी क्लास विच असीं पीएस टैट नूं ध्यान दे विच रखदे होए बाल विकास ते सिੱਖਿਆ शास्त्र दे कुछ प्रश्नां नूं उन्हां दे कंसैप्ट नाल डिस्कस करन जा रहे हां। ਇਹ क्लास ਤੁਹਾਡੇ पीएस टैट एंड सी टैट ਦੇ एग्जाम ਲਈ ਕਾਫੀ ਇੰਪੋਰਟੈਂਟ ਹੈਗੀ ਆ ਐਂਡ ਆਪਣੇ ਸਾਥੀ ਜਿਨ੍ਹਾਂ ਨੇ पीएस टैट ਦੀ ਜਿਹੜੀ ਪ੍ਰੀਪਰੇਸ਼ਨ ਹੈਗੀ ਆ ਉਹ ਬਿਲਕੁਲ ਵੀ ਸ਼ੁਰੂ ਨਹੀਂ ਕੀਤੀ, ਉਹਨਾਂ ਦਾ ਲੈਵਲ ਹਜੇ 0 ਹੈ। ਜੇਕਰ ਤੁਸੀਂ ਇਸ ਵੀਡੀਓ ਤੋਂ ਵੀ ਸਟਾਰਟ ਕਰਦੇ ਹੋ ਤੇ ਮੈਂ ਤੁਹਾਨੂੰ ਇੰਨੀ ਕੁ ਗਾਰੰਟੀ ਜ਼ਰੂਰ ਦੇ ਸਕਦਾ ਕਿ ਲਾਸਟ ਮੂਮੈਂਟ ਤੇ ਜਦੋਂ ਵੀ ਇਹਨਾਂ ਵੱਲੋਂ ਪੇਪਰ ਕੰਡਕਟ ਕਰਵਾਇਆ ਜਾਣਾ ਹੈ ਤੁਸੀਂ ਉਸ ਪੇਪਰ ਦੇ ਵਿੱਚ ਬੈਟਰ ਪਰਫਾਰਮ ਕਰੋਗੇ ਐਂਡ पीएस टैट ਦੀ ਪ੍ਰੀਖਿਆ ਪਾਸ ਵੀ ਕਰੋਗੇ। ਐਂਡ ਇਸ ਕਲਾਸ ਦੇ ਵਿੱਚ ਮੈਂ ਜਿੰਨੇ ਵੀ ਤੁਹਾਨੂੰ ਪ੍ਰਸ਼ਨ ਪ੍ਰੋਵਾਈਡ ਕਰਵਾ ਰਿਹਾ मैं खुद ही टाइप कीते ने। अलग-अलग स्टेटां दे विच जिहड़े टैट कंडक्ट करवाए जांदे ने, भावें पंजाब दा पीएस टैट होवे, राजस्थान दा रीट होवे, हिमाचल हरियाणे दा एच टैट होवे या फिर यूपी दा यूपी टैट होवे या फिर तेलंगाना दा टी टैट होवे, इन्हां सारियां ही स्टेटां तो मैं जिहड़े प्रश्न ने इन्हां नूं इत्थे टाइप कीता है एंड इन्हां दी पंजाबी ट्रांसलेशन भी कीती हैगी आ। सो तुहानूं इन्हां क्वेश्चनां नूं समझदे होए कोई प्रॉब्लम ना आवे एंड इन्हां प्रश्नां दे विचों ही तुहाडा जिहड़ा पीएस टैट दा पेपर है वो आउणा है। जेकर मैं इन्नी मेहनत कर सकदा ते तुहाडा भी एक फर्ज बनदा है कि तुसी इस वीडियो नूं वध तो वध शेयर करो, वीडियो नूं लाइक करो। चैनल ते नवे हो, चैनल नूं तुसी हजे भी सबसक्राइब नहीं कीता है तां जिहड़ा सबसक्राइब बटन है जी ओनू तुसी जरूर प्रेस कर लियो। सो शुरू करदे हां अज दी अपनी वीडियो नूं। एंड कई बार स्टूडेंट्स मैनूं पुछदे ने कि सर ये जिहड़ी वीडियो है ये पीएस टैट पेपर 1 ਲਈ यूजफुल है या फिर पीएस टैट पेपर 2 ਲਈ यूजफुल है। सो ਤੁਹਾਨੂੰ ਸਾਰਿਆਂ ਨੂੰ ਪਤਾ ਚਾਈਲਡ ਡਿਵੈਲਪਮੈਂਟ ਐਂਡ ਪੈਡਾਗੋਜੀ ਦਾ ਜਿਹੜਾ ਸੈਕਸ਼ਨ ਹੈ ਉਹ ਪੇਪਰ 1 ਐਂਡ ਪੇਪਰ 2 ਦੋਨਾਂ ਵਿੱਚ ਹੀ ਪੁੱਛਿਆ ਜਾਂਦਾ ਹੈ। ਸੋ ਆਪਾਂ ਜਿੰਨੇ ਵੀ ਪ੍ਰਸ਼ਨ ਇੱਥੇ ਲਿਆਂਦੇ ਹੁੰਦੇ ਨੇ ਉਹ ਪੇਪਰ 1 ਦੇ ਵੀ ਹੁੰਦੇ ਨੇ ਐਂਡ ਪੇਪਰ 2 ਦੇ ਵੀ ਹੁੰਦੇ ਨੇ। ਭਾਵ ਆਪਣੀਆਂ ਇਹ ਵੀਡੀਓਜ਼ ਦੋਨਾਂ ਹੀ ਪੇਪਰ ਦਾ ਜਿਹੜਾ ਸਿਲੇਬਸ ਹੈ ਜੀ ਉਹ ਕਵਰ ਕਰਦੀਆਂ ਨੇ। ਸੋ ਤੁਸੀਂ ਇਹਨਾਂ ਵੀਡੀਓਜ਼ ਨੂੰ ਜਿਹੜੀਆਂ ਵੀ ਮੈਂ ਟਰਮਾਂ ਇੱਥੇ ਯੂਜ਼ ਕਰੂੰਗਾ ਬੜੇ ਹੀ ਧਿਆਨ ਨਾਲ ਸੁਣਨਾ ਹੈ ਐਂਡ ਕੋਸ਼ਿਸ਼ ਤਾਂ ਇਹ ਕਰਨੀ ਹੈ ਕਿ ਜਦੋਂ ਵੀ ਮੈਂ ਕੁਐਸਚਨ ਸਮਝਾ ਰਿਹਾ ਹੁੰਨਾ ਤੁਸੀਂ ਵੀਡੀਓ ਨੂੰ ਪੌਜ਼ ਕਰੋ, क्वेश्चन ਨੂੰ खुद रीड करो एंड ਇਹਦਾ ਜਿਹੜਾ ਜਵਾਬ ਹੈਗਾ ਉਹ ਕਮੈਂਟ ਸੈਕਸ਼ਨ ਦੇ ਵਿੱਚ ਇਹਦਾ ਜਵਾਬ ਦੇਣ ਦੀ ਕੋਸ਼ਿਸ਼ ਕਰੋ ਐਂਡ ਬਾਅਦ ਵਿੱਚ ਮੇਰੀ ਵੀਡੀਓ ਨੂੰ ਫਿਰ ਤੋਂ ਪਲੇ ਕਰੋ ਐਂਡ ਵੇਖੋ ਕਿ ਮੈਂ ਇਹਦੇ ਵਿੱਚ ਜਵਾਬ ਕੀ ਦਿੱਤਾ ਸੀ। ਸੋ ਇਸ ਤਰੀਕੇ ਨਾਲ ਤੁਸੀਂ ਆਪਣੇ ਜਿਹੜੇ ਮਾਰਕਸ ਹੈਗੇ ਆ ਉਹਨਾਂ ਨੂੰ ਵੀ ਕੈਲਕੂਲੇਟ ਕਰ ਸਕਦੇ ਹੋ ਐਂਡ ਤੁਹਾਡਾ ਜਿਹੜਾ ਕੌਨਫੀਡੈਂਸ ਲੈਵਲ ਹੈਗਾ ਉਹ ਵੀ ਵਧੂਗਾ ਕਿ ਆਪਣੇ ਜਿਹੜੇ ਮਾਰਕਸ ਹੈਗੇ ਆ ਹੌਲੀ ਹੌਲੀ ਵੱਧ ਰਹੇ ਆ ਘਟ ਰਹੇ ਆ। ਐਂਡ ਲਾਸਟ ਤੇ ਤੁਸੀਂ ਮੈਨੂੰ ਕਮੈਂਟ ਸੈਕਸ਼ਨ ਦੇ ਵਿੱਚ ਇਹ ਵੀ ਦੱਸਣਾ ਕਿ ਜੇਕਰ ਮੈਂ 10 ਪ੍ਰਸ਼ਨ ਕਰਵਾਏ ਸੀ ਤੇ ਤੁਹਾਡੇ 10 ਵਿੱਚੋਂ ਕਿੰਨੇ ਨੰਬਰ ਬਣੇ ਹੈਗੇ ਆ। ਐਂਡ ਮੈਂ ਹਰ ਪ੍ਰਸ਼ਨ ਦੇ ਨਾਲ ਇਹ ਵੀ ਲਿਖਿਆ ਹੋਇਆ ਕਿ ਇਹ ਜਿਹੜਾ ਕੁਐਸਚਨ ਹੈਗਾ ਇਹ ਕਿਹੜੇ ਐਗਜ਼ਾਮ ਦੇ ਵਿੱਚ ਆਇਆ ਸੀ। ਜਿਵੇਂ ਕਿ ਆ ਜਿਹੜਾ ਕੁਐਸਚਨ ਹੈਗਾ ਜਿਹਨੂੰ ਅਸੀਂ ਹੁਣ ਪੜਾਂਗੇ, ਪਹਿਲਾ ਜਿਹੜਾ ਪ੍ਰਸ਼ਨ ਹੈ ਸੀਟੈਟ 2011 ਦੇ ਵਿੱਚ ਪੇਪਰ 1 ਦੇ ਵਿੱਚ ਇਹ ਪ੍ਰਸ਼ਨ ਆਇਆ ਹੋਇਆ ਸੀਗਾ। ਇਸੇ ਤਰ੍ਹਾਂ ਹੀ ਹੋਰ ਵੀ ਜਿਹੜੇ ਪ੍ਰਸ਼ਨ ਹੋਣਗੇ ਉਹਨਾਂ ਸਾਰਿਆਂ ਤੇ ਹੀ ਮੈਂ ਲਿਖਿਆ ਹੋਇਆ। ਸੋ ਵੇਖਦੇ ਹਾਂ ਪਹਿਲਾ ਜਿਹੜਾ ਪ੍ਰਸ਼ਨ ਹੈ ਉਹ ਤੁਹਾਡੇ ਤੋਂ ਕੀ ਡਿਮਾਂਡ ਕਰ ਰਿਹਾ। ਪਹਿਲਾ ਪ੍ਰਸ਼ਨ ਪੁੱਛ ਰਿਹਾ ਹੈ ਇਨ ਵਿਚ ਆਫ ਦਾ ਫੋਲੋਇੰਗ ਸਟੇजेस do children become active members of their peer group। ਬੱਚੇ ਹੇਠ ਲਿਖਿਆਂ ਕਿਹੜਿਆਂ ਪੜਾਵਾਂ ਵਿੱਚ ਆਪਣੇ ਪੀਅਰ ਗਰੁੱਪ ਦੇ ਸਰਗਰਮ ਮੈਂਬਰ ਬਣਦੇ ਹੈਗੇ ਆ। ਹੁਣ ਇਹਨਾਂ ਦੀਆਂ ਆਪਸ਼ਨਾਂ ਨੂੰ ਵੇਖ ਲੈਣੇ ਆ। ਐਡੋਲਸੈਂਸ ਕਿਸ਼ੋਰ ਅਵਸਥਾ ਪੰਜਾਬੀ ਚ ਕਹਿੰਦੇ ਹੋ, ਅਡਲਟਹੁੱਡ ਬਾਲਗਤਾ ਜਿਹੜੀ ਕਿ ਸੈਕੰਡ ਆਪਸ਼ਨ ਹੈ, ਜਾਂ ਫਿਰ ਥਰਡ ਆਪਸ਼ਨ ਚਾਈਲਡਹੁੱਡ। ਇੱਥੇ ਮੈਂ ਡੀ ਤੇ ਸੀ ਦੇ ਵਿੱਚ ਥੋੜਾ ਜਿਹਾ ਗਲਤ ਲਿਖਤਾ ਹੈ ਬਟ ਇਹਨੂੰ ਤੁਸੀਂ ਇਗਨੋਰ ਕਰੋ। ਸਹੀ ਜਵਾਬ ਤੁਸੀਂ ਵੇਖੋ ਇਹਦਾ ਕੀ ਹੋਵੇਗਾ, ਚਾਈਲਡਹੁੱਡ ਬਚਪਨ ਜਾਂ ਫਿਰ ਆਪਸ਼ਨ ਨੰਬਰ ਡੀ अर्ਲੀ ਚਾਈਲਡਹੁੱਡ ਜਿਹਨੂੰ ਤੁਸੀਂ ਸ਼ੁਰੂਆਤੀ ਬਚਪਨ ਕਹਿੰਦੇ ਹੋ। ਕੁਐਸਚਨ ਨੂੰ ਤੁਸੀਂ ਇੱਕ ਵਾਰ ਦੁਬਾਰਾ ਸਮਝੋ ਕਿ ਇਹਦੇ ਵਿੱਚ ਪੁੱਛਿਆ ਕੀ ਗਿਆ ਹੈ ਕਿ ਕਿਹੜੀ ਇਹੋ ਜਿਹੀ ਸਟੇਜ ਹੈਗੀ ਆ ਜਦੋਂ ਬੱਚਿਆਂ ਦਾ ਵਿਕਾਸ ਹੋ ਰਿਹਾ ਹੁੰਦਾ ਹੈ ਕਿ ਜਿਹੜੇ ਬੱਚੇ ਹੁੰਦੇ ਨੇ ਉਹ ਐਕਟਿਵ ਮੈਂਬਰ ਹੁੰਦੇ ਹੈਗੇ ਆ ਆਪਦੇ ਪੀਰ ਗਰੁੱਪ ਦੇ। ਪੀਰ ਗਰੁੱਪ ਕੀ ਹੁੰਦਾ ਹੈ? ਪੀਰ ਗਰੁੱਪ ਇਹਨਾਂ ਦੇ ਜਿਹੜੇ ਸਾਥੀ ਨਹੀਂ ਹੁੰਦੇ, ਜਿਹੜੇ ਉਹਨਾਂ ਦੇ ਦੋਸਤ ਬਣਦੇ ਹੈਗੇ ਆ। ਸੋ ਉਹਨਾਂ ਦੇ ਜਿਹੜੇ ਪੀਰ ਗਰੁੱਪ ਹੁੰਦੇ ਆ, ਉਹਨਾਂ ਦਾ ਜਿਹੜਾ ਦੋਸਤਾਂ ਦਾ ਜਿਹੜਾ ਗਰੁੱਪ ਹੁੰਦਾ ਉਹਦੇ ਵਿੱਚ ਉਹ ਐਕਟਿਵ ਮੈਂਬਰ ਉਹ ਕਦੋਂ ਬਣਦੇ ਆ ਤੁਹਾਡੇ ਤੋਂ ਉਹ ਸਟੇਜ ਪੁੱਛੀ ਜਾ ਰਹੀ ਹੈ। ਸੋ ਦੋਸਤੋ ਹੈਗਾ ਤਾਂ ਇਹ ਬਿਲਕੁਲ ਸਟੈਟਿਕ ਕੁਐਸਚਨ ਹੀ ਆ। ਸੋ ਇਹਦਾ ਤੁਸੀਂ ਜਵਾਬ ਦਿਓ। ਇਹਦਾ ਜਿਹੜਾ ਸਹੀ ਜਵਾਬ ਹੋਏਗਾ ਉਹ ਕੀ ਹੋਏਗਾ ਜੀ? ਇਹਦਾ ਜਵਾਬ ਹੋਏਗਾ ਐਡੋਲਸੈਂਸ। ਐਡੋਲਸੈਂਸ ਕਿਸ਼ੋਰ ਅਵਸਥਾ ਦੇ ਵਿੱਚ ਜਿਹੜੇ ਬੱਚੇ ਹੁੰਦੇ ਨੇ ਉਹ ਐਕਟਿਵ ਮੈਂਬਰ ਬਣਦੇ ਨੇ। ਐਕਟਿਵ ਮੈਂਬਰ ਤੋਂ ਭਾਵ ਹੈਗਾ ਕਿ ਸਰਗਰਮ ਮੈਂਬਰ ਬਣਦੇ ਹੈਗੇ ਆ। ਕਿਹੜੇ ਪੜਾਵਾਂ ਦੇ ਵਿੱਚ? ਉਹ ਬਣਦੇ ਹੈਗੇ ਆ ਐਡੋਲਸੈਂਸ ਭਾਵ ਕਿਸ਼ੋਰ ਅਵਸਥਾ ਦੇ ਵਿੱਚ। ਆਪਸ਼ਨ ਨੰਬਰ ਤੁਸੀਂ ਏ ਨੂੰ ਤੁਸੀਂ ਟਿਕ ਕਰ ਲਿਓ ਐਂਡ ਇਸ ਦੇ ਨਾਲ ਹੀ ਆਪਾਂ ਚੱਲਦੇ ਹਾਂ ਅਗਲੇ ਪ੍ਰਸ਼ਨ ਤੇ। ਅਗਲਾ ਜਿਹੜਾ ਪ੍ਰਸ਼ਨ ਹੈ ਉਹ ਤੁਹਾਡੇ ਤੋਂ ਪੁੱਛ ਰਿਹਾ ਹੈ ਕਿ ਡਿਵੈਲਪਮੈਂਟ ਇਜ਼ ਅ ਨੈਵਰ ਐਂਡਿੰਗ ਪ੍ਰੋਸੈਸ, ਦਿਸ ਆਈਡੀਆ ਇਜ਼ ਐਸੋਸੀਏਟਡ ਵਿਦ। ਵੈਸੇ ਦੋਸਤੋ ਇਹ ਜਿੰਨੇ ਵੀ ਆਪਾਂ ਪ੍ਰਸ਼ਨ ਕਰ ਰਹੇ ਹਾਂ ਨਾ, ਆਪਾਂ ਕੁਝ ਵੀਡੀਓਜ਼ ਵੀ ਬਣਾਈਆਂ ਹੋਈਆਂ ਥਿਊਰੀ ਵਾਲੀਆਂ। ਉਹਨਾਂ ਥਿਊਰੀਜ਼ ਦੇ ਵਿੱਚ ਨਾ ਮੈਂ ਇਹ ਸਾਰੀਆਂ ਗੱਲਾਂ ਸਮਝਾਈਆਂ ਹੋਈਆਂ। ਸੋ ਤੁਸੀਂ ਉਹਨਾਂ ਵੀਡੀਓਜ਼ ਨੂੰ ਜਰੂਰ ਵੇਖ ਲਿਓ। ਫਿਰ ਇਹ ਜਿਹੜੇ ਪ੍ਰਸ਼ਨ ਨੇ ਇਹ ਤੁਹਾਡੇ ਤੋਂ ਸਾਰੇ ਹੀ ਅਟੈਂਪਟ ਹੋ ਜਾਣਗੇ। ਪ੍ਰਸ਼ਨ ਨੂੰ ਪੜੋ। ਡਿਵੈਲਪਮੈਂਟ ਇਜ਼ ਅ ਨੈਵਰ ਐਂਡਿੰਗ ਪ੍ਰੋਸੈਸ, this idea is associated with
ਵਿਕਾਸ ਇੱਕ ਕਦੇ ਨਾ ਖਤਮ ਹੋਣ ਵਾਲੀ ਪ੍ਰਕਿਰਿਆ ਹੈ। ਇਸ ਵਿਚਾਰ ਨਾਲ ਮਤਲਬ ਕੀ ਜੁੜਿਆ ਹੋਇਆ ਹੈ? ਤੁਸੀਂ ਇਹਨਾਂ ਥੱਲਿਆਂ ਵਾਲੀਆਂ ਦਿੱਤੀਆਂ ਆਪਸ਼ਨਾਂ ਦੇ ਵਿੱਚੋਂ ਪੜ੍ਹ ਕੇ ਦੱਸੋ ਕੀ ਜਵਾਬ ਸਹੀ ਹੋਵੇਗਾ। ਪਹਿਲਾ ਜਿਹੜਾ ਆਪਸ਼ਨ ਹੈ ਉਹਦੇ ਵਿੱਚ ਲਿਖਿਆ ਹੋਇਆ ਪ੍ਰਿੰਸੀਪਲ ਆਫ ਇੰਟਰ ਰਿਲੇਸ਼ਨ, ਅੰਤਰ ਸੰਬੰਧ ਦਾ ਸਿਧਾਂਤ, ਜਾਂ ਫਿਰ ਪ੍ਰਿੰਸੀਪਲ ਆਫ ਕੰਟੀਨਿਊਟੀ, ਨਿਰੰਤਰਤਾ ਦਾ ਸਿਧਾਂਤ, ਜਾਂ ਫਿਰ ਆਪਸ਼ਨ ਨੰਬਰ ਸੀ ਪ੍ਰਿੰਸੀਪਲ ਆਫ ਇੰਟੀਗ੍ਰੇਸ਼ਨ, ਏਕੀਕਰਨ ਦਾ ਸਿਧਾਂਤ, ਜਾਂ ਫਿਰ ਪ੍ਰਿੰਸੀਪਲ ਆਫ ਇੰਟਰੈਕਸ਼ਨ, ਪਰਸਪਰ ਕਿਰਿਆ ਦਾ ਸਿਧਾਂਤ। ਕੁਐਸਚਨ ਨੂੰ ਦੁਬਾਰਾ ਪੜੋ, ਕੁਐਸਚਨ ਨੂੰ ਸਮਝਣ ਤੋਂ ਬਾਅਦ ਤੁਸੀਂ ਸੋਚੋ ਕਿ ਇਹਨਾਂ ਵਿੱਚੋਂ ਕਿਹੜਾ ਜਵਾਬ ਸਹੀ ਹੋਣਾ ਹੈ। ਆਪਾਂ ਇੱਕ ਵਾਰ ਗੱਲ ਮੈਂਸ਼ਨ ਵੀ ਕੀਤੀ ਸੀਗੀ ਕਿ ਜਿਹੜੀ ਵਿਕਾਸ ਦੀ ਪ੍ਰਕਿਰਿਆ ਹੈ ਇਹ ਕਦੇ ਨਾ ਖਤਮ ਹੋਣ ਵਾਲੀ ਪ੍ਰਕਿਰਿਆ ਹੁੰਦੀ ਹੈ, ਭਾਵ ਵਰਮ ਟੂ ਟੌਮ ਚੱਲਦੀ ਹੈ। ਵਰਮ ਟੂ ਟੌਮ ਦਾ ਮਤਲਬ ਇਹ ਹੈ ਕਿ ਇਹ ਜਦੋਂ ਬੱਚਾ ਆਪਦੇ ਮਾਂ ਦੇ ਗਰਭ ਵਿੱਚ ਹੁੰਦਾ ਹੈ, ਉਸ ਤੋਂ ਬਾਅਦ ਜਦੋਂ ਤੱਕ ਬੱਚਾ ਕਬਰਾਂ ਤੱਕ ਨਹੀਂ ਪਹੁੰਚ ਜਾਂਦਾ ਉਦੋਂ ਤੱਕ ਜਿਹੜਾ ਬੱਚੇ ਦਾ ਵਿਕਾਸ ਹੈ ਉਹ ਚੱਲਦਾ ਰਹਿੰਦਾ ਹੈ। ਕਿਸੇ ਵੀ ਪਰਸਨ ਦਾ ਜਿਹੜਾ ਵਿਕਾਸ ਹੈ ਉਹ ਚੱਲਦਾ ਰਹਿੰਦਾ ਹੈ। ਮਤਲਬ ਇਹਦਾ ਤਾਂ ਇਹੀ ਹੋਇਆ ਨਾ ਕਿ ਇਹ ਨਿਰੰਤਰ ਹੀ ਚੱਲਦਾ ਜਾ ਰਿਹਾ ਜਦੋਂ ਤੱਕ ਜਿਹੜਾ ਪਰਸਨ ਹੈ ਉਹ ਡੈਡ ਨਹੀਂ ਹੋ ਜਾਂਦਾ। ਸੋ ਇਹਨਾਂ ਆਪਸ਼ਨਾਂ ਨੂੰ ਜਦੋਂ ਤੁਸੀਂ ਵੇਖਦੇ ਹੋ ਤੇ ਤੁਹਾਨੂੰ ਕਿਤੇ ਲੱਗ ਰਿਹਾ ਹੈ ਕਿ ਕੰਟੀਨਿਊਅਸਲੀ ਲਿਖਿਆ ਹੋਵੇ, ਨਿਰੰਤਰ ਲਿਖਿਆ ਹੋਵੇ। ਸੋ ਵੇਖੋ ਆਪਸ਼ਨ ਨੰਬਰ ਬੀ ਹੀ ਬਣ ਰਿਹਾ, ਮੈਨੂੰ ਤਾਂ ਇਹੀ ਵਿਖ ਰਿਹਾ। ਸੋ ਇਹਦਾ ਜਿਹੜਾ ਜਵਾਬ ਹੋਏਗਾ ਉਹ ਕੀ ਹੋਏਗਾ? ਆਪਸ਼ਨ ਨੰਬਰ ਬੀ ਇਜ਼ ਦਾ ਰਾਈਟ ਆਂਸਰ। ਪ੍ਰਿੰਸੀਪਲ ਆਫ ਕੰਟੀਨਿਊਟੀ, ਨਿਰੰਤਰਤਾ ਦਾ ਸਿਧਾਂਤ ਇਜ਼ ਦਾ ਰਾਈਟ ਆਂਸਰ। ਇਸ ਦੇ ਨਾਲ ਹੀ ਆਪਾਂ ਚੱਲਾਂਗੇ ਅਗਲੇ ਪ੍ਰਸ਼ਨ ਤੇ। ਅਗਲਾ ਜਿਹੜਾ ਪ੍ਰਸ਼ਨ ਹੈ ਜਿਹਦੇ ਵਿੱਚ ਤੁਹਾਨੂੰ ਪੁੱਛਿਆ ਜਾ ਰਿਹਾ ਹੈ ਟॉय ਏਜ ਰੈਫਰ ਟੂ, ਖਿਡੌਣੇ ਦੀ ਉਮਰ ਤੋਂ ਕੀ ਭਾਵ ਹੈ? ਬੱਚੇ ਦੀਆਂ ਜਦੋਂ ਗਰੋਥ ਐਂਡ ਡਿਵੈਲਪਮੈਂਟ ਦੀਆਂ ਸਟੇजेस ਚੱਲਦੀਆਂ ਨੇ, ਜਦੋਂ ਬੱਚੇ ਦੀ ਗਰੋਥ ਹੁੰਦੀ ਹੈ, ਡਿਵੈਲਪਮੈਂਟ ਹੁੰਦੀ ਹੈ ਸਟੇजेस ਦੇ ਵਿੱਚ, ਐਂਡ ਆਪਾਂ ਉਹਨਾਂ ਸਟੇजेस ਦੇ ਵਿੱਚ ਇਹ ਵੀ ਸਮਝਦੇ ਹਾਂ ਕਿ ਟॉय ਏਜ ਕਿਹੜੀ ਏਜ ਵਿੱਚ ਵੇਖਣ ਨੂੰ ਮਿਲਦੀ ਹੈ, ਪਲੇ ਏਜ ਕਿਹੜੀ ਏਜ ਵੇਖਣ ਨੂੰ ਮਿਲਦੀ ਹੈਗੀ ਹੈ। ਸੋ ਇਹਦਾ ਜਵਾਬ ਦਿਓ ਕਿ ਇਹ अर्ਲੀ ਚਾਈਲਡਹੁੱਡ ਏਜ ਹੈ, ਸ਼ੁਰੂਆਤੀ ਬਚਪਨ, ਜਾਂ ਫਿਰ ਇਹ ਲੇਟ ਚਾਈਲਡਹੁੱਡ ਪੀਰੀਅਡ ਹੈਗਾ, ਦੇਰ ਨਾਲ ਬਚਪਨ, ਜਾਂ ਫਿਰ ਬੇਬੀਹੁੱਡ ਹੈ, ਬਚਪਨ, ਜਾਂ ਫਿਰ ਆਲ ਆਫ ਦਿਸ। ਇਹ ਸਾਰੇ ਹੀ ਕਾਫੀ ਤਰ ਜਿਹੜਾ ਆਲ ਆਫ ਦਿਸ ਜਿਹੜਾ ਆਨਸਰ ਹੁੰਦਾ ਹੈ ਉਹ ਮੈਕਸਿਮਮ ਟਾਈਮ ਸਹੀ ਹੁੰਦਾ ਹੈ, ਬਟ ਇਹਦੇ ਵਿੱਚ ਇਹ ਜਿਹੜਾ ਜਵਾਬ ਹੈ ਇਹ ਨਹੀਂ ਸਹੀ ਹੋਵੇਗਾ। ਤੁਸੀਂ ਦੱਸੋ ਇਹਦਾ ਜਵਾਬ ਕੀ ਹੋਣਾ ਹੈ? ਵੀਡੀਓ ਨੂੰ ਪੌਜ਼ ਕਰਨ ਤੋਂ ਬਾਅਦ ਵੀ ਤੁਸੀਂ ਆਨਸਰ ਕਮੈਂਟ ਵਿੱਚ ਲਿਖ ਸਕਦੇ ਹੋ। ਟॉय ਏਜ ਰੈਫਰਸ ਟੂ, ਖਿਡੌਣੇ ਦੀ ਜਿਹੜੀ ਉਮਰ ਹੈ ਇਸ ਤੋਂ ਭਾਵ ਹੈ अर्ਲੀ ਚਾਈਲਡਹੁੱਡ, ਸ਼ੁਰੂਆਤੀ ਬਚਪਨ ਦੇ ਵਿੱਚ ਆਪਾਂ ਨੂੰ ਇਹ ਜਿਹੜੀ ਏਜ ਹੈਗੀ ਆ ਇਹ ਏਜ ਵੇਖਣ ਨੂੰ ਮਿਲਦੀ ਹੈਗੀ ਆ। ਸੋ ਜਵਾਬ ਨੰਬਰ ਕੀ ਹੋਇਆ ਤੁਹਾਡਾ ਸਹੀ? ਆਪਸ਼ਨ ਨੰਬਰ ਏ ਇਜ਼ ਦਾ ਰਾਈਟ ਆਂਸਰ। ਇਸ ਦੇ ਨਾਲ ਹੀ ਆਪਾਂ ਚੱਲਦੇ ਹਾਂ ਅਗਲੇ ਪ੍ਰਸ਼ਨ ਤੇ। ਅਗਲਾ ਜਿਹੜਾ ਪ੍ਰਸ਼ਨ ਹੈ ਇਹਦੇ ਬਾਰੇ ਵੀ ਆਪਾਂ ਜ਼ਰੂਰ ਡਿਸਕਸ ਕਰ ਲੈਣੇ ਆ। ਵਿਚ ਆਫ ਦਾ ਫੋਲੋਇੰਗ ਇਜ਼ ਨਾਟ ਅ ਕੈਰੈਕਟਰਿਸਟਿਕਸ ਆਫ अर्ਲੀ ਚਾਈਲਡਹੁੱਡ, ਹੇਠ ਲਿਖਿਆਂ ਵਿੱਚੋਂ ਸ਼ੁਰੂਆਤੀ ਬਚਪਨ ਦੀ ਵਿਸ਼ੇਸ਼ਤਾ ਨਹੀਂ ਹੈ। ਵੇਖੋ ਇਹਦਾ ਕੀ ਜਵਾਬ ਹੋਏਗਾ। ਪਹਿਲੀ ਆਪਸ਼ਨ ਦੇ ਵਿੱਚੋਂ ਦੱਸਿਆ ਗਿਆ ਹੈ ਪ੍ਰੀ ਗੈਂਗ ਏਜ, ਗੈਂਗ ਤੋਂ ਪਹਿਲਾਂ ਦੀ ਉਮਰ। ਆਪਸ਼ਨ ਨੰਬਰ ਬੀ ਵਿੱਚ ਲਿਖਿਆ ਹੋਇਆ ਹੈ ਇਮੀਟੇਟਿਵ ਏਜ, ਨਕਲ ਕਰਨ ਵਾਲੀ ਉਮਰ, ਕੁਐਸਚਨਿੰਗ ਏਜ, ਸਵਾਲ ਕਰਨ ਵਾਲੀ ਉਮਰ, ਐਂਡ ਉਸ ਤੋਂ ਬਾਅਦ ਆ ਗਿਆ ਜੀ ਪਲੇ ਏਜ, ਜਿਹਦੇ ਵਿੱਚ ਕੀ ਲਿਖਿਆ ਹੋਇਆ ਹੈ ਖੇਡਣ ਦੀ ਉਮਰ। ਇਹਦੇ ਵਿੱਚ ਜਿਹੜਾ ਤੁਹਾਡਾ ਸਹੀ ਜਵਾਬ ਹੋਏਗਾ, ਪਹਿਲਾਂ ਤਾਂ ਸੋਚ ਵਿਚਾਰ ਕਰੋ ਫਿਰ ਜਵਾਬ ਦਿਓ, ਕਿਉਂਕਿ ਪੀਐਸ ਟੈਟ ਦੀ ਪ੍ਰੀਖਿਆ ਦੇ ਵਿੱਚ ਵੀ ਕਈ ਵਾਰ ਆਪਾਂ ਬਿਨਾਂ ਸੋਚੇ ਸਮਝੇ ਜਵਾਬ ਲਗਾ ਦਿੰਨੇ ਆ, ਐਂਡ ਘਰੇ ਆ ਕੇ ਰਿਅਲਾਈਜ਼ ਕਰਦੇ ਆ ਕਿ ਕਾਸ਼ ਆਪਾਂ ਥੋੜਾ ਜਿਹਾ ਸੋਚ ਲੈਂਦੇ ਤੇ ਇਹਦਾ ਜਿਹੜਾ ਜਵਾਬ ਹੋਣਾ ਸੀ ਆਪਾਂ ਸਹੀ ਦੇ ਕੇ ਆਉਣਾ ਸੀਗਾ। ਐਂਡ ਕਈ ਵਾਰ ਆਪਣਾ ਇੱਕ ਨੰਬਰਾਂ ਕਰਕੇ ਵੀ ਪੀਐਸ ਟੈਟ ਦਾ ਪੇਪਰ ਕਲੀਅਰ ਨਹੀਂ ਹੁੰਦਾ। ਮੈਂ ਕਾਫੀ ਸਾਰੇ ਸਟੂਡੈਂਟਸ ਨੂੰ ਪਰਸਨਲੀ ਜਾਣਦਾ, ਕੁਝ ਮੇਰੇ ਫਰੈਂਡਸ ਵੀ ਹੈਗੇ ਆ ਜਿਨ੍ਹਾਂ ਦੇ 89 ਮਾਰਕਸ ਵੀ ਆਏ ਹੋਏ ਆ, ਐਂਡ ਉਹਨਾਂ ਦੇ ਸਾਹਮਣੇ ਮਾਸਟਰ ਕਾਡਰ ਦੀਆਂ ਵੈਕੈਂਸੀਜ਼ ਨਿਕਲ ਗਈਆਂ ਤੇ ਉਹਨਾਂ ਨੂੰ ਬਹੁਤ ਪਛਤਾਵਾ ਹੁੰਦਾ, ਕਾਸ਼ ਆਪਾਂ ਥੋੜਾ ਜਿਹਾ ਪੜ੍ਹ ਲੈਂਦੇ, ਥੋੜਾ ਜਿਹਾ ਪੇਪਰ ਧਿਆਨ ਨਾਲ ਦੇ ਦਿੰਦੇ ਤੇ ਸਾਡਾ ਜਿਹੜਾ ਪੇਪਰ ਹੋਣਾ ਸੀ ਉਹ ਕਲੀਅਰ ਹੋਣਾ ਸੀ। ਸੋ ਦੋਸਤੋ ਤੁਸੀਂ ਵੀ ਇਹਨਾਂ ਗੱਲਾਂ ਦਾ ਧਿਆਨ ਰੱਖਣਾ। ਇਸ ਪ੍ਰਸ਼ਨ ਦੇ ਵਿੱਚ ਤੁਹਾਡੇ ਤੋਂ अर्ਲੀ ਚਾਈਲਡਹੁੱਡ ਪੀਰੀਅਡ ਦਾ ਗੁਣ ਪੁੱਛਿਆ ਜਾ ਰਿਹਾ ਹੈ। ਗੁਣ ਤਾਂ ਤੁਹਾਨੂੰ ਪਤਾ ਹੋਣਾ ਚਾਹੀਦਾ, ਇਹਦੇ ਵਿੱਚ ਇਹਨਾਂ ਨੇ ਨੋਟ ਵੀ ਲਾਇਆ ਹੋਇਆ ਗੁਣ ਨਹੀਂ ਹੈ। ਮਤਲਬ ਇਹ ਕੁਐਸਚਨ ਵੇਖਣ ਤੋਂ ਬਾਅਦ ਤੁਹਾਨੂੰ ਇਸ ਗੱਲ ਦਾ ਤਾਂ ਮਤਲਬ ਇਹ ਗੱਲ ਕਲੀਅਰ ਹੋ ਜਾਣੀ ਆ ਕਿ ਕਿਹੜੇ-ਕਿਹੜੇ ਗੁਣ ਹੁੰਦੇ ਆ अर्ਲੀ ਚਾਈਲਡਹੁੱਡ ਏਜ ਦੇ ਵਿੱਚ। ਵੈਸੇ ਦੋਸਤੋ ਅੱਜ ਦੀ ਕਲਾਸ ਵਿੱਚ ਆਪਾਂ 10 ਪ੍ਰਸ਼ਨ ਕਰ ਰਹੇ ਹਾਂ, ਬਟ ਜੇ ਤੁਸੀਂ ਟੈਕਨੀਕਲੀ ਵੇਖੋ ਇਹ 10 ਪ੍ਰਸ਼ਨ ਹੈਗੇ ਆ, ਬਿਲਕੁਲ ਨਹੀਂ। ਇਹ 10 ਗੁਣਾ 4 ਮਤਲਬ ਆਪਾਂ ਤਾਂ 40 ਪ੍ਰਸ਼ਨ ਕਰ ਰਹੇ ਹਾਂ, ਕਿਉਂਕਿ ਆਪਾਂ ਸਾਰੀਆਂ ਹੀ ਆਪਸ਼ਨਾਂ ਨੂੰ ਸਮਝਦੇ ਹੋਏ ਚੱਲ ਰਹੇ ਹਾਂ। ਸੋ ਵੇਖੋ ਇਹਦਾ ਕੀ ਜਵਾਬ ਹੋਏਗਾ। ਵਿਚ ਆਫ ਦਾ ਫੋਲੋਇੰਗ ਇਜ਼ ਨਾਟ ਕੈਰੈਕਟਰਿਸਟਿਕਸ ਆਫ अर्ਲੀ ਚਾਈਲਡਹੁੱਡ ਏਜ, ਇਹਦੇ ਵਿੱਚ ਕਿਹੜਾ ਇਹੋ ਜਿਹਾ ਗੁਣ ਹੈ ਜਿਹੜਾ ਕਿ अर्ਲੀ ਚਾਈਲਡਹੁੱਡ ਸ਼ੁਰੂਆਤੀ ਬਚਪਨ ਵਿੱਚ ਨਹੀਂ ਹੁੰਦਾ। ਪ੍ਰੀ ਗੈਂਗ ਏਜ ਕੀ ਇਹ ਚਾਈਲਡਹੁੱਡ ਪੀਰੀਅਡ ਦੇ ਵਿੱਚ ਇਹ ਵਿਸ਼ੇਸ਼ਤਾ ਹੈਗੀ ਆ? ਬਿਲਕੁਲ ਹੈਗੀ ਆ। ਪ੍ਰੀ ਗੈਂਗ ਏਜ ਤਾਂ ਵਿਸ਼ੇਸ਼ਤਾ ਹੈ, ਮਤਲਬ ਇਹ ਜਵਾਬ ਤਾਂ ਹੋਣਾ ਨਹੀਂ। ਆਪਸ਼ਨ ਨੰਬਰ ਬੀ ਵੇਖੋ ਇਮੀਟੇਟਿਵ ਏਜ, ਨਕਲ ਕਰਨ ਵਾਲੀ ਉਮਰ। ਨਕਲ ਕਰਨ ਵਾਲੀ ਉਮਰ ਜੇਕਰ ਤੁਸੀਂ ਵੇਖਦੇ ਹੋ ਕਿ ਜਦੋਂ ਬੱਚਾ ਛੋਟਾ ਹੁੰਦਾ, ਸ਼ੁਰੂਆਤੀ ਬਚਪਨ ਵਿੱਚ ਹੁੰਦਾ ਹੈ ਤਾਂ ਉਹ ਨਕਲ ਕਰ ਕਰਕੇ ਹੀ ਸਿੱਖਦਾ ਹੈ। ਨਕਲ ਕਰਨ ਤੋਂ ਬਾਅਦ ਹੀ ਸਿੱਖਦਾ ਹੈ ਨਾ ਬੱਚਾ, ਬੋਲਣ ਦੀ ਕੋਸ਼ਿਸ਼ ਕਰਦਾ ਹੈ ਜਾਂ ਫਿਰ ਜੋ ਕੁਝ ਉਹਦੇ ਵੱਡੇ ਕਰਦੇ ਨੇ ਉਹਨਾਂ ਦੀ ਹੀ ਨਕਲ ਕਰਨ ਦੀ ਕੋਸ਼ਿਸ਼ ਕਰਦਾ ਹੈ।
ਸੋ ਇਹ ਤਾਂ ਏਜ ਦੇ ਵਿੱਚ ਇਹਦਾ ਗੁਣ ਹੈ, ਇਹ ਵੀ ਕੈਰੈਕਟਰਿਸਟਿਕਸ ਜਾਂ ਫੀਚਰ ਤੁਹਾਨੂੰ ਵੇਖਣ ਨੂੰ ਮਿਲਦਾ ਹੈ। ਸੋ ਆਪਸ਼ਨ ਨੰਬਰ ਬੀ ਕੀ ਹੈ, ਇਹ ਵੀ ਗਲਤ ਹੈ। ਇਮੀਟੇਟਿਵ ਏਜ ਤਾਂ ਮਤਲਬ ਇਹਦੀ ਵਿਸ਼ੇਸ਼ਤਾ ਹੈਗੀ ਹੈ अर्ਲੀ ਚਾਈਲਡਹੁੱਡ ਪੀਰੀਅਡ ਦੀ, ਸ਼ੁਰੂਆਤੀ ਬਚਪਨ ਦੀ। ਕੁਐਸਚਨਿੰਗ ਏਜ, ਸਵਾਲ ਕਰਨ ਵਾਲੀ ਉਮਰ। ਬੱਚੇ ਦੇ ਵਿੱਚ ਇਸ ਏਜ ਵਿੱਚ ਕਾਫੀ ਜ਼ਿਆਦਾ ਕਿਉਰਿਓਸਿਟੀ ਹੁੰਦੀ ਹੈ ਤੇ ਉਹ ਪ੍ਰਸ਼ਨ ਤਾਂ ਪੁੱਛੇਗਾ ਹੀ ਨਾ। ਸੋ ਜਦੋਂ ਉਹ ਜ਼ਿਆਦਾ ਪ੍ਰਸ਼ਨ ਪੁੱਛੇਗਾ ਤੇ ਇਹਨੂੰ ਆਪਾਂ ਕੁਐਸਚਨਿੰਗ ਏਜ ਵੀ ਕਹਿੰਦੇ ਆ, ਸਵਾਲ ਕਰਨ ਵਾਲੀ ਉਮਰ। ਐਂਡ ਇੱਕ ਹੋਰ ਏਜ ਹੁੰਦੀ ਹੈ, ਇੱਕ ਹੋਰ ਆਪਾਂ ਇਹਨੂੰ ਕਹਿੰਦੇ ਆ, ਕੀ ਕਹਿੰਦੇ ਆ, ਹੁਣੇ ਆਪਾਂ ਜਿਹੜਾ ਕੁਐਸਚਨ ਪੜਿਆ ਸੀ ਉਹਦੇ ਵਿੱਚ ਕੀ ਲਿਖਿਆ ਸੀਗਾ, अर्ਲੀ ਚਾਈਲਡਹੁੱਡ ਦੇ ਨੂੰ ਹੀ ਆਪਾਂ ਟॉयਜ਼ ਕਹਿੰਦੇ ਆ। ਟॉयਜ਼ ਆਪਾਂ ਕਹਿੰਦੇ ਇਹਨੂੰ, ਬਟ ਇਹਨੂੰ ਪਾਪਾ ਪਲੇਜ਼ ਨਹੀਂ ਕਹਿੰਦੇ। ਸੋ ਆਪਸ਼ਨ ਨੰਬਰ ਡੀ ਕੀ ਹੈ, ਇਹ ਤੁਹਾਡਾ ਸਹੀ ਜਵਾਬ ਹੋਏਗਾ। ਆਪਸ਼ਨ ਨੰਬਰ ਤੁਸੀਂ ਡੀ ਨੂੰ ਲਗਾਓ ਟਿਕ, ਕਿਉਂਕਿ ਇਹੀ ਜਵਾਬ ਤੁਹਾਡਾ ਸਹੀ ਹੈ। ਐਂਡ ਚੱਲਦੇ ਆ ਅਗਲੇ ਪ੍ਰਸ਼ਨ ਤੇ। ਅਗਲਾ ਪ੍ਰਸ਼ਨ ਵੇਖੋ, ਇਨ ਦਾ ਲੇਟ ਚਾਈਲਡਹੁੱਡ ਪੀਰੀਅਡ children understand the conversation of which physical entity, conversation नहीं लिखा होया, conversion लिखा होया, सॉरी मेरे तो थोड़ी जी गलती होगी। देखो की लिखा होया, in the late childhood period childhood understand the conversion of which physical entity, बचपन दे अखीरले समय विच बच्चे किस भौतिक हस्ती दा परिवर्तन समझदे हैगे आ। सो दसो ਇਹਦੇ ਵਿੱਚ ਕੀ ਜਵਾਬ ਹੋਏਗਾ। मास, पुंज, मास एंड नंबर, पुंज ਅਤੇ ਸੰਖਿਆ, ਨੰਬਰ, ਨੰਬਰ ਨੂੰ ਆਪਾਂ ਨੰਬਰ ਹੀ ਕਹਿੰਦੇ ਆ, ਮਾਸ, ਨੰਬਰ ਅਤੇ ਏਰੀਆ, ਪੁੰਜ, ਸੰਖਿਆ ਅਤੇ ਖੇਤਰਫਲ। ਆਪਾਂ ਇਸ ਗੱਲ ਨੂੰ ਵੀ ਡਿਸਕਸ ਕੀਤਾ ਸੀ ਕਿ ਬੱਚਾ ਜਿਹੜਾ ਹੁੰਦਾ ਹੈ अर्ਲੀ ਚਾਈਲਡਹੁੱਡ ਪੀਰੀਅਡ ਦੀ ਜੇਕਰ ਆਪਾਂ ਗੱਲ ਕਰੀਏ, ਉਹਦੇ ਵਿੱਚ ਬੱਚਾ ਨਾ ਮਾਸ ਐਂਡ ਨੰਬਰਸ, ਮਾਸ, ਨੰਬਰ, ਏਰੀਆ ਇਹਨਾਂ ਨੂੰ ਸਮਝਦਾ ਨਹੀਂ ਹੈ। ਮੈਂ ਤੁਹਾਨੂੰ ਇੱਕ ਐਗਜ਼ਾਮਪਲ ਵੀ ਦਿੱਤੀ ਸੀ। ਮੰਨ ਲਓ ਆਪਾਂ ਬੱਚੇ ਨੂੰ ਨਾ ਆਪਾਂ 2 ਗਲਾਸ ਦਿੱਤੇ ਆ, ਇੱਕ ਗਲਾਸ ਬਹੁਤ ਹੀ ਜ਼ਿਆਦਾ ਲੌਂਗ ਸੀ, ਇੱਕ ਗਲਾਸ ਹੈਗਾ ਤਾਂ ਮੋਟਾ ਸੀ ਬਟ ਇਹ ਲੌਂਗ ਨਹੀਂ ਸੀ। ਜਦੋਂ ਆਪਾਂ ਉਹਦੇ ਵਿੱਚ ਨਾ ਕੋਈ ਜੂਸ ਵਗੈਰਾ ਪਾਇਆ, ਕੋਈ ਹੋਰ ਇਹੋ ਜੀ ਪੀਣ ਵਾਲੀ ਚੀਜ਼ ਪਾਈ ਤੇ ਆਪਾਂ ਉਹਨੂੰ ਕਿਹਾ ਕਿ ਚੂਜ਼ ਕਰ, ਉਹਨੇ ਕੀ ਕੀਤਾ, ਉਹਨੇ ਜਿਹੜਾ ਲੰਮਾ ਜਿਹੜਾ ਗਲਾਸ ਸੀ, ਲੌਂਗ ਗਲਾਸ ਸੀ ਨਾ, ਉਹਨੇ ਉਹ ਚੂਜ਼ ਕੀਤਾ। ਮਤਲਬ ਇਹ ਕਿ ਉਹਨੂੰ ਲੱਗਦਾ ਹੁੰਦਾ ਕਿ ਇਹ ਜੇਕਰ ਇਹ ਲੌਂਗ ਗਲਾਸ ਆ ਨਾ ਤੇ ਇਹਦੇ ਵਿੱਚ ਜ਼ਿਆਦਾ ਕੁਆਂਟੀਟੀ ਹੋਊਗੀ, ਬਟ ਉਹਨੂੰ ਇਹ ਨਹੀਂ ਪਤਾ ਹੁੰਦਾ ਕਿ ਇਹ ਜਿਹੜਾ ਵਾਈਡ ਗਲਾਸ ਹੈਗਾ ਇਹਦੇ ਵਿੱਚ ਵੀ ਮਤਲਬ ਸੇਮ ਅਮਾਉਂਟ ਦਾ ਹੀ ਜੂਸ ਜਾਂ ਫਿਰ ਵਾਟਰ ਆਉਣਾ ਹੈਗਾ। ਸੋ ਮਤਲਬ ਇਹ ਕਿ अर्ਲੀ ਚਾਈਲਡਹੁੱਡ ਪੀਰੀਅਡ ਦੇ ਵਿੱਚ ਤਾਂ ਇਹਨਾਂ ਗੱਲਾਂ ਨੂੰ ਬੱਚਾ ਨਹੀਂ ਸਮਝਦਾ, ਕਨਵਰਜ਼ਨ ਨੂੰ ਨਹੀਂ ਸਮਝਦਾ, ਬਟ ਲੇਟ ਚਾਈਲਡਹੁੱਡ ਪੀਰੀਅਡ ਵਿੱਚ ਆ ਕੇ ਇਹਨਾਂ ਗੱਲਾਂ ਨੂੰ ਸਮਝਣ ਲੱਗ ਜਾਂਦਾ ਹੈ। ਸੋ ਮਤਲਬ ਇਹ ਕਿ ਇਹਦਾ ਜਿਹੜਾ ਆਪਸ਼ਨ ਨੰਬਰ ਡੀ ਹੈ, ਮਾਸ, ਨੰਬਰ ਐਂਡ ਏਰੀਆ, ਇਹਨਾਂ ਸਾਰੀਆਂ ਹੀ ਜਿਹੜੀਆਂ ਫਿਜ਼ੀਕਲ ਐਂਟੀਟੀਜ਼ ਹੁੰਦੀਆਂ ਨੇ ਇਹਨਾਂ ਨੂੰ ਉਹ ਸਮਝਣਾ ਸ਼ੁਰੂ ਕਰ ਦਿੰਦਾ ਹੈ। ਸੋ ਆਪਸ਼ਨ ਨੰਬਰ ਡੀ ਕੀ ਹੈ ਜੀ, ਇਹ ਤੁਹਾਡਾ ਸਹੀ ਜਵਾਬ ਹੋਏਗਾ। ਡੀ ਆਪਸ਼ਨ ਨੂੰ ਤੁਸੀਂ ਕਰ ਲਿਓ ਟਿਕ। ਐਂਡ ਆਪਾਂ ਚੱਲਦੇ ਹਾਂ ਅਗਲੇ ਪ੍ਰਸ਼ਨ ਤੇ। ਅਗਲਾ ਪ੍ਰਸ਼ਨ ਵੇਖੋ ਤੁਹਾਡੇ ਤੋਂ ਕੀ ਡਿਮਾਂਡ ਕਰਦਾ ਹੈ, which of the following development task is not appropriate to late childhood। ਇਹਨਾਂ ਵਿੱਚੋਂ ਤੁਹਾਡੇ ਤੋਂ ਪੁੱਛਿਆ ਗਿਆ ਹੈ ਕਿ ਕਿਹੜਾ ਇਹੋ ਜਿਹਾ ਇਹਨਾਂ ਵਿੱਚੋਂ ਕਿਹੜਾ ਵਿਕਾਸ ਕਾਰਜ ਦੇਰ ਨਾਲ ਬਚਪਨ ਲਈ ਉਚਿਤ ਨਹੀਂ ਹੈ। ਮਤਲਬ ਤਾਂ ਇਹ ਹੋਇਆ ਕਿ ਇੱਥੇ ਜਿਹੜੀਆਂ 3 ਆਪਸ਼ਨਾਂ ਦਿੱਤੀਆਂ ਗਈਆਂ ਹੋਣਗੀਆਂ ਉਹਦੇ ਵਿੱਚੋਂ 3 ਡਿਵੈਲਪਮੈਂਟ ਟਾਸਕ ਨੂੰ ਕੀ ਕਰਦੀਆਂ ਹੋਣਗੀਆਂ, ਐਪਰੋਪ੍ਰੀਏਟ ਹੋਣਗੀਆਂ। ਸਿਰਫ ਇੱਕ ਗੱਲ ਹੀ ਇਹੋ ਜੀ ਹੋਵੇਗੀ ਜਿਹੜੀ ਕਿ ਲੇਟ ਚਾਈਲਡਹੁੱਡ ਲਈ ਠੀਕ ਨਹੀਂ ਹੈ। ਹੁਣ ਤੁਸੀਂ ਇਹਨਾਂ ਆਪਸ਼ਨਾਂ ਨੂੰ ਰੀਡ ਕਰੋ, ਮੈਂ ਵੀ ਰੀਡ ਕਰਦਾ, ਐਂਡ ਵੀਡੀਓ ਨੂੰ ਪੌਜ਼ ਕਰਨ ਤੋਂ ਬਾਅਦ ਇਹਨੂੰ ਅਟੈਂਪਟ ਕਰਨ ਦੀ ਕੋਸ਼ਿਸ਼ ਕਰੋ। ਕੁਐਸਚਨ ਗਲਤ ਹੁੰਦਾ ਸਹੀ ਹੁੰਦਾ ਕੋਈ ਮੈਟਰ ਨਹੀਂ ਕਰਦਾ, ਬਟ ਅਟੈਂਪਟ ਇਹਨੂੰ ਜ਼ਰੂਰ ਕਰਿਓ। ਤੁਹਾਡੇ ਬੈਟਰ ਲਈ ਹੀ ਮੈਂ ਕਹਿ ਰਿਹਾ ਕਿ ਤੁਹਾਡੀ ਜਿਹੜੀ ਰੀਡਿੰਗ ਹੈਗੀ ਆ, ਅੰਡਰਸਟੈਂਡਿੰਗ ਹੈਗੀ ਆ, ਜਿਹੜੀ ਤੁਹਾਡੀ ਸਮਝ ਹੈਗੀ ਆ, ਜੇਕਰ ਇਹ ਵਧੂਗੀ ਫਿਰ ਹੀ ਤੁਸੀਂ ਪੀਐਸਟੈਟ ਦੇ ਵਿੱਚ ਚੰਗੇ ਨੰਬਰ ਸਕੋਰ ਕਰ ਸਕਦੇ ਹੋ। ਆਪਸ਼ਨ ਨੰਬਰ ਪਹਿਲੇ ਨੂੰ ਰੀਡ ਕਰੋ, ਲਰਨਿੰਗ ਫਿਜ਼ੀਕਲ ਸਕਿੱਲ ਨੈਸੈਸਰੀ ਫॉर ਆਰਡੀਨਰੀ ਗੇਮਸ, ਆਮ ਖੇਡਾਂ ਲਈ ਜ਼ਰੂਰੀ ਸਰੀਰਕ ਹੁਨਰ ਸਿੱਖਣਾ, ਜਾਂ ਫਿਰ ਅਚੀਵਿੰਗ ਮਸਕੂਲਿਨ ਔਰ ਫੈਮਿਨਿਨ ਸੋਸ਼ਲ ਰੋਲ, ਇੱਕ ਮਰਦ ਜਾਂ ਇਸਤਰੀ ਸਮਾਜਿਕ ਭੂਮਿਕਾ ਨੂੰ ਪ੍ਰਾਪਤ ਕਰਨਾ। ਆਪਸ਼ਨ ਨੰਬਰ ਸੀ ਅਚੀਵਿੰਗ ਪਰਸਨਲ ਇੰਡੀਪੈਂਡੈਂਸ, ਨਿੱਜੀ ਸੁਤੰਤਰਤਾ ਪ੍ਰਾਪਤ ਕਰਨਾ, ਜਾਂ ਫਿਰ ਆਪਸ਼ਨ ਨੰਬਰ ਡੀ ਲਰਨਿੰਗ ਟੂ ਗੈਟ ਅਲੋਂਗ ਵਿਦ ਏਜ ਮੇਟਸ, ਉਮਰ ਦੇ ਸਾਥੀਆਂ ਨਾਲ ਰਲਣਾ ਸਿੱਖਣਾ। ਸੋ ਦੋਸਤੋ ਸੋਚ ਕੇ ਦੱਸੋ ਇਹਨਾਂ ਵਿੱਚੋਂ ਕਿਹੜਾ ਜਵਾਬ ਤੁਹਾਡਾ ਸਹੀ ਹੋਣ ਵਾਲਾ ਹੈ। ਸੋ ਵੇਖਦੇ ਹਾਂ ਇਹਦਾ ਕਿਹੜਾ ਜਵਾਬ ਹੋਏਗਾ। ਕੁਐਸਚਨ ਦੁਬਾਰਾ ਪੜ੍ਹਦੇ ਹਾਂ, which of the following development task is not appropriate to late childhood। ਲੇਟ ਚਾਈਲਡਹੁੱਡ ਦੀ ਜੇਕਰ ਆਪਾਂ ਗੱਲ ਕਰੀਏ, ਲੇਟ ਚਾਈਲਡਹੁੱਡ ਦੇ ਵਿੱਚ ਜਿਹੜੇ ਬੱਚੇ ਹੁੰਦੇ ਨੇ ਕਿ ਉਹ ਲਰਨਿੰਗ ਫਿਜ਼ੀਕਲ ਸਕਿੱਲਸ ਨੈਸੈਸਰੀ ਫॉर ਆਰਡੀਨਰੀ ਗੇਮਸ। ਸੋ ਬਿਲਕੁਲ ਇਹ ਗੱਲ ਤਾਂ ਸਹੀ ਹੈ ਨਾ ਕਿ ਆਮ ਖੇਡਾਂ ਲਈ ਸਰੀਰਕ ਜਿਹੜਾ ਜ਼ਰੂਰੀ ਹੁਨਰ ਹੈਗਾ ਇਹ ਸਿੱਖਣਾ ਜ਼ਰੂਰੀ ਹੈ। ਸੋ ਆਪਸ਼ਨ ਨੰਬਰ ਏ ਦਾ ਸਹੀ ਹੈ। ਇਸ ਕੁਐਸਚਨ ਦੇ ਪਰਸਪੈਕਟਿਵ ਤੋਂ ਨਹੀਂ, ਵੈਸੇ ਆਪਾਂ ਗੱਲ ਕਰ ਰਹੇ ਹਾਂ ਕਿ ਇਹਦਾ ਕੀ ਕਹਿ ਸਕਦੇ ਆ, ਇਹ ਡਿਵੈਲਪਮੈਂਟ ਟਾਸਕ ਜਿਹੜਾ ਹੈਗਾ ਇਹ ਐਪਰੋਪ੍ਰੀਏਟ ਹੈ। ਸੋ ਆਪਸ਼ਨ ਨੰਬਰ ਜਿਹੜਾ ਇਹ ਹੈ, ਇਹ ਤਾਂ ਇਸ ਕੁਐਸਚਨ ਦੇ ਵਿੱਚ ਜੇਕਰ ਨੋਟ ਨਾ ਲੱਗਿਆ ਹੁੰਦਾ ਇਹਨੇ ਸਹੀ ਹੋਣਾ ਸੀ। ਸੋ ਆਪਾਂ ਇਹਨੂੰ ਲਗਾ ਦਿੰਨੇ ਆ ਗਲਤ। ਆਪਸ਼ਨ ਨੰਬਰ ਬੀ ਵੇਖੋ ਇਹਦੇ ਵਿੱਚ ਕੀ ਲਿਖਿਆ ਹੋਇਆ। ਆਪਸ਼ਨ ਨੰਬਰ ਬੀ ਨੂੰ ਆਪਾਂ ਇੱਕ ਵਾਰ ਇਗਨੋਰ ਕਰਦੇ ਹਾਂ। ਆਪਸ਼ਨ ਨੰਬਰ ਸੀ ਵੇਖੋ, ਅਚੀਵਿੰਗ ਪਰਸਨਲ ਇੰਡੀਪੈਂਡੈਂਸ, ਨਿੱਜੀ ਸੁਤੰਤਰਤਾ ਪ੍ਰਾਪਤ ਕਰਨਾ। ਸੋ ਇਹ ਵੀ ਗੱਲ ਸਹੀ ਹੈ ਨਾ ਕਿ ਇਹ ਵੀ ਡਿਵੈਲਪਮੈਂਟ ਟਾਸਕ ਹੋਣਾ ਚਾਹੀਦਾ। ਸੋ ਇਹਨੂੰ ਆਪਾਂ ਲਗਾ ਦਿੰਨੇ ਆ ਗਲਤ। ਆਪਸ਼ਨ ਨੰਬਰ ਡੀ ਵੇਖੋ, ਲਰਨਿੰਗ ਟੂ ਗੈਟ ਅਲੋਂਗ ਵਿਦ ਏਜ ਮੇਟਸ, ਉਮਰ ਦੇ ਸਾਥੀਆਂ ਨਾਲ ਰਲਣਾ ਸਿੱਖਣਾ।
ਸੋ ਇਹ ਗੱਲ ਵੀ ਠੀਕ ਹੈਗੀ ਆ। ਸੋ ਇਹਨੂੰ ਵੀ ਆਪਾਂ ਗਲਤ ਲਗਾਵਾਂਗੇ ਕਿ ਇਹ ਜਿਹੜੀ ਗੱਲ ਹੈਗੀ ਆ ਕਿ ਆਪਣੇ ਜਿਹੜੇ ਏਜ ਸਾਥੀਆਂ ਹੁੰਦੇ ਨੇ, ਪੀਅਰ ਗਰੁੱਪਸ ਦੀ ਆਪਾਂ ਹੁਣੇ ਗੱਲ ਕੀਤੀ ਸੀ ਨਾ, ਮਤਲਬ ਉਹਨਾਂ ਨਾਲ ਲਰਨਿੰਗ ਵਗੈਰਾ ਹੈ ਉਹ ਸਿੱਖਦਾ ਹੈ। ਬਟ ਆਪਸ਼ਨ ਨੰਬਰ ਜੇਕਰ ਤੁਸੀਂ B ਵੇਖਦੇ ਹੋ, ਅਚੀਵਿੰਗ ਅ ਮੈਸਕੁਲਿਨ ਔਰ ਫੈਮਿਨਿਨ ਸੋਸ਼ਲ ਰੋਲ, ਇੱਕ ਮਰਦ ਜਾਂ ਇਸਤਰੀ ਸਮਾਜ ਭੂਮਿਕਾ ਨੂੰ ਪ੍ਰਾਪਤ ਕਰਨਾ, ਇਹ ਗੱਲ ਇੱਥੇ ਠੀਕ ਨਹੀਂ ਲਿਖੀ ਹੋਈ। ਇਹ ਕੋਈ ਡਿਵੈਲਪਮੈਂਟ ਟਾਸਕ ਨਹੀਂ ਹੈਗਾ ਲੇਟ ਚਾਈਲਡਹੁੱਡ ਪੀਰੀਅਡ ਦਾ। ਐਪਰੋਪ੍ਰੀਏਟ ਆਪਾਂ ਗੱਲ ਕਰ ਰਹੇ ਹਾਂ ਕਿ ਇਹ ਜਿਹੜਾ ਆਪਸ਼ਨ ਨੰਬਰ B ਹੈ, ਇਹ ਤੁਹਾਡਾ ਜਵਾਬ ਵੈਸੇ ਤਾਂ ਗਲਤ ਹੈ, ਬਟ ਇੱਥੇ ਤੁਹਾਡਾ ਸਹੀ ਹੋਏਗਾ ਕਿਉਂਕਿ ਇੱਥੇ ਕੁਐਸਚਨ ਦੇ ਵਿੱਚ ਇਹਨਾਂ ਨੇ ਲਿਖਿਆ ਹੋਇਆ ਨਾਟ। ਇਹਨਾਂ ਵਿੱਚੋਂ ਕਿਹੜਾ ਵਿਕਾਸ ਕਾਰਜ ਦੇਰ ਨਾਲ ਬਚਪਨ ਲਈ ਉਚਿਤ ਨਹੀਂ ਹੈ, ਐਪਰੋਪ੍ਰੀਏਟ ਨਹੀਂ ਹੈ। ਆਪਸ਼ਨ ਨੰਬਰ ਤੁਸੀਂ B ਨੂੰ ਲਗਾਓ ਟਿਕ। ਐਂਡ ਇਸ ਦੇ ਨਾਲ ਹੀ ਆਪਾਂ ਚੱਲਦੇ ਹਾਂ ਅਗਲੇ ਪ੍ਰਸ਼ਨ ਤੇ। ਅਗਲਾ ਪ੍ਰਸ਼ਨ ਰੀਡ ਕਰੋ। The current view of childhood assume that, ਬਚਪਨ ਬਾਰੇ ਮੌਜੂਦਾ ਦ੍ਰਿਸ਼ਟੀਕੋਣ ਇਹ ਮੰਨਦਾ ਹੈ। ਕੀ ਦ੍ਰਿਸ਼ਟੀਕੋਣ ਮੰਨਦਾ ਹੈ ਜੀ? ਵੇਖੋ ਆਪਸ਼ਨ ਨੰਬਰ ਫਸਟ ਨੂੰ, यूपी टैट 2011 ਦੇ ਵਿੱਚ ਪੇਪਰ 1 ਦੇ ਵਿੱਚ ਆਇਆ ਪ੍ਰਸ਼ਨ ਹੈ ਇਹ। Children are similar to adults in many ways, ਬੱਚੇ ਕਈ ਤਰੀਕਿਆਂ ਨਾਲ ਬਾਲਗਾਂ ਦੇ ਸਮਾਨ ਹੁੰਦੇ ਹਨ। ਆਪਸ਼ਨ ਨੰਬਰ B, Children are best treated as young adults, ਬੱਚਿਆਂ ਨਾਲ ਨੌਜਵਾਨ ਬਾਲਗਾਂ ਵਾਂਗ ਸਭ ਤੋਂ ਵਧੀਆ ਵਿਵਹਾਰ ਕੀਤਾ ਜਾਂਦਾ ਹੈ। ਆਪਸ਼ਨ ਨੰਬਰ C, ਚਾਈਲਡਹੁੱਡ ਇਜ਼ ਬੇਸਿਕਲੀ ਅ ਵੇਟਿੰਗ ਪੀਰੀਅਡ, ਬਚਪਨ ਅਸਲ ਵਿੱਚ ਉਡੀਕ ਦੀ ਮਿਆਦ ਹੈ। ਆਪਸ਼ਨ ਨੰਬਰ D, ਚਾਈਲਡਹੁੱਡ ਇਜ਼ ਅ ਯੂਨੀਕ ਪੀਰੀਅਡ ਆਫ ਗਰੋਥ ਐਂਡ ਚੇਂਜ, ਬਚਪਨ ਵਿਕਾਸ ਅਤੇ ਤਬਦੀਲੀ ਦਾ ਇੱਕ ਵਿਲੱਖਣ ਸਮਾਂ ਹੈ। ਐਂਡ ਦੋਸਤੋ ਇੱਕ ਗੱਲ ਮੈਂ ਹੋਰ ਤੁਹਾਨੂੰ ਕਲੀਅਰ ਕਰ ਦਵਾਂ, ਇਹ ਜਿਹੜੇ ਮੈਂ ਤੁਹਾਨੂੰ ਪ੍ਰਸ਼ਨ ਦੱਸ ਰਿਹਾ ਨਾ, ਕਈ ਵਾਰ ਤੁਸੀਂ ਜਿੰਨੀ ਮਰਜ਼ੀ ਥਿਊਰੀ ਪੜ੍ਹ ਲਓ, ਇਹ ਕੁਐਸਚਨ ਤੁਹਾਨੂੰ ਕਿਤੇ ਵੀ ਨਹੀਂ ਮਿਲਣੇ। ਬਟ ਗੱਲ ਇਹ ਹੈ ਕਿ ਜਦੋਂ ਤੁਹਾਡੀ ਅੰਡਰਸਟੈਂਡਿੰਗ ਡਿਵੈਲਪ ਹੁੰਦੀ ਹੈ ਨਾ, ਕੁਝ ਇਸ ਤਰ੍ਹਾਂ ਦੇ ਜਿਹੜੇ ਲੌਜੀਕਲ ਜਿਹੜੇ ਕੁਐਸਚਨ ਹੁੰਦੇ ਨੇ, ਇਹ ਤੁਹਾਨੂੰ ਖੁਦ ਹੀ ਆਪ ਦੀ ਰੀਜ਼ਨਿੰਗ ਲਗਾ ਕੇ ਸੋਲਵ ਕਰਨੀ ਪੈਂਦੀ ਹੈ। ਐਂਡ ਇਹ ਤੁਸੀਂ ਰੀਜ਼ਨਿੰਗ ਫੇਰ ਹੀ ਲਗਾ ਕੇ ਸਿੱਖ ਸਕਦੇ ਹੋ। ਆਪਦੀ ਰੀਜ਼ਨਿੰਗ, ਆਪ ਦਾ ਦਿਮਾਗ ਤੁਸੀਂ ਫੇਰ ਹੀ ਲਗਾਓਗੇ ਜੇ ਤੁਸੀਂ ਇਹਨਾਂ ਵੀਡੀਓਜ਼ ਨੂੰ ਚੰਗੀ ਤਰ੍ਹਾਂ ਵੇਖ ਕੇ ਖੁਦ ਪ੍ਰਸ਼ਨਾਂ ਨੂੰ ਸੋਲਵ ਕਰਨ ਦੀ ਕੋਸ਼ਿਸ਼ ਕਰਦੇ ਹੋ। ਵੀਡੀਓ ਨੂੰ ਪੌਜ਼ ਕਰੋ ਤੇ ਵੇਖੋ ਇਹਦਾ ਕੀ ਜਵਾਬ ਹੋ ਸਕਦਾ, ਤੁਹਾਨੂੰ ਕਿਹੜੀ ਆਪਸ਼ਨ ਇਹੋ ਜਿਹੀ ਲੱਗ ਰਹੀ ਹੈ ਕਿ ਜਿਹੜੀ ਸਭ ਤੋਂ ਸਹੀ ਹੋਵੇ। ਕੁਐਸਚਨ ਨੂੰ ਦੁਬਾਰਾ ਪੜੋ। ਦ ਕਰੰਟ ਵਿਊ ਆਫ ਚਾਈਲਡਹੁੱਡ ਅਸਿਊਮ ਦੈਟ, ਬਚਪਨ ਬਾਰੇ ਮੌਜੂਦਾ ਦ੍ਰਿਸ਼ਟੀਕੋਣ ਇਹ ਮੰਨਦਾ ਹੈ। ਤੁਹਾਨੂੰ ਜਦੋਂ ਇਹ ਸਾਰੀਆਂ ਆਪਸ਼ਨਾਂ ਵਿਖਣਗੀਆਂ ਤੁਹਾਨੂੰ ਲੱਗੂਗਾ ਕਿ ਸਾਰੇ ਹੀ ਜਵਾਬ ਸਹੀ ਨੇ, ਬਟ ਨਹੀਂ। ਚਿਲਡਰਨ ਆਰ ਸਿਮਿਲਰ ਟੂ ਅਡਲਟਸ ਇਨ ਮੈਨੀ ਵੇਜ਼, ਠੀਕ ਹੈ, ਇਹ ਆਪਾਂ ਨੂੰ ਕੁਝ ਹੱਦ ਤੱਕ ਠੀਕ ਲੱਗ ਰਿਹਾ, ਬਟ ਇਹ ਸਹੀ ਹੈ ਨਹੀਂਗਾ। ਆਪਸ਼ਨ ਨੰਬਰ ਤੁਸੀਂ A ਨੂੰ ਕਰੋ ਰੋਂਗ। ਆਪਸ਼ਨ ਨੰਬਰ B ਵੇਖੋ, ਚਿਲਡਰਨ ਆਰ ਬੈਸਟ ਟ੍ਰੀਟਡ ਐਜ਼ ਯੰਗ ਅਡਲਟਸ, ਬੱਚਿਆਂ ਨਾਲ ਨੌਜਵਾਨਾਂ ਬਾਲਗਾਂ ਵਾਂਗ ਸਭ ਤੋਂ ਵਧੀਆ ਵਿਵਹਾਰ ਕੀਤਾ ਜਾਂਦਾ ਹੈ, ਕੋਈ ਜ਼ਰੂਰੀ ਨਹੀਂ ਹੈ। ਆਪਸ਼ਨ ਨੰਬਰ B ਵੀ ਗਲਤ ਹੋ ਗਿਆ। ਚਾਈਲਡਹੁੱਡ ਇਜ਼ ਬੇਸਿਕਲੀ ਅ ਵੇਟਿੰਗ ਪੀਰੀਅਡ, ਬਚਪਨ ਅਸਲ ਵਿੱਚ ਉਡੀਕ ਦਾ ਮਿਆਦ ਹੈ, ਉਡੀਕ ਦੀ ਮਿਆਦ ਹੈ। ਜਾਂ ਫਿਰ ਆਪਸ਼ਨ ਨੰਬਰ D, ਚਾਈਲਡਹੁੱਡ ਇਜ਼ ਅ ਯੂਨੀਕ ਪੀਰੀਅਡ ਆਫ ਗਰੋਥ ਐਂਡ ਚੇਂਜ, ਬਚਪਨ ਵਿਕਾਸ ਅਤੇ ਤਬਦੀਲੀ ਦਾ ਇੱਕ ਵਿਲੱਖਣ ਸਮਾਂ ਹੈ। ਸੋ ਆਪਸ਼ਨ ਨੰਬਰ D ਨਾਲ ਆਪਾਂ ਚੱਲਾਂਗੇ। ਆਪਸ਼ਨ ਨੰਬਰ D ਇਜ਼ ਦਾ ਰਾਈਟ ਆਨਸਰ। ਇਹ ਜਿਹੜਾ ਜਵਾਬ ਹੈ ਤੁਹਾਡਾ D ਇਜ਼ ਦਾ ਰਾਈਟ ਆਨਸਰ। ਚੱਲਦੇ ਹਾਂ ਅਗਲੇ ਪ੍ਰਸ਼ਨ ਤੇ। ਅਗਲਾ ਪ੍ਰਸ਼ਨ ਵੇਖੋ। The best method to study growth and development of the child is, ਵਿਕਾਸ ਅਤੇ ਪ੍ਰਗਤੀ ਦਾ ਅਧਿਐਨ ਕਰਨ ਦਾ ਸਭ ਤੋਂ ਵਧੀਆ ਤਰੀਕਾ ਕੀ ਹੈ? ਵਿਕਾਸ ਅਤੇ ਪ੍ਰਗਤੀ ਦਾ ਜਿਹੜਾ ਸਟੱਡੀ ਕਰਨ ਦਾ ਜਿਹੜਾ ਸਭ ਤੋਂ ਵਧੀਆ ਤਰੀਕਾ ਕੀ ਹੋ ਸਕਦਾ ਹੈ? ਕੀ ਉਹ ਸਾਈਕੋ ਐਨਾਲਿਟਿਕ ਮੈਥਡ ਹੈ, ਮਨੋਵਿਗਿਆਨਿਕ ਢੰਗ, ਜਾਂ ਫਿਰ ਉਹ ਕੰਪੈਰੀਟਿਵ ਮੈਥਡ ਹੈ, ਤੁਲਨਾਤਮਕ ਢੰਗ, ਜਾਂ ਫਿਰ ਆਪਸ਼ਨ ਨੰਬਰ C, ਡਿਵੈਲਪਮੈਂਟਲ ਮੈਥਡ ਹੈ, ਵਿਕਾਸ ਵਿਧੀ, ਜਾਂ ਫਿਰ ਸਟੈਟਿਕਲ ਮੈਥਡ, ਅੰਕੜਾ ਵਿਧੀ। ਇਹਦੇ ਵਿੱਚ ਆਪਾਂ ਸਿੱਧਾ ਆਨਸਰ ਨੂੰ ਹੀ ਡਿਸਕਸ ਕਰਾਂਗੇ। ਇਹਦਾ ਜਿਹੜਾ ਜਵਾਬ ਹੈ ਉਹ ਹੈ ਡਿਵੈਲਪਮੈਂਟਲ ਮੈਥਡ। ਡਿਵੈਲਪਮੈਂਟਲ ਮੈਥਡ ਨਾਲ ਵਿਕਾਸ ਵਿਧੀ ਨਾਲ ਆਪਾਂ ਕਿਸੇ ਵੀ ਬੱਚੇ ਦਾ ਜਿਹੜਾ ਵਿਕਾਸ ਅਤੇ ਪ੍ਰਗਤੀ ਦੀ ਜਿਹੜੀ ਸਟੱਡੀ ਹੈਗੀ ਆ ਉਹ ਬਹੁਤ ਹੀ ਵਧੀਆ ਤਰੀਕੇ ਨਾਲ, ਚੰਗੇ ਤਰੀਕੇ ਨਾਲ ਕਰ ਸਕਦੇ ਆ। ਐਂਡ ਤੁਸੀਂ ਧਿਆਨ ਨਾਲ ਵੇਖੋ, ਮੈਂ ਇੱਥੇ ਪੀਟੈਟ ਵੀ ਲਿਖਿਆ ਹੋਇਆ, ਭਾਵ ਇਹ ਪ੍ਰਸ਼ਨ ਪੀਐਸਟੈਟ ਦੇ 2011 ਵਾਲੇ ਟਾਈਮ ਦੇ ਵਿੱਚ ਇਹ ਪੁੱਛਿਆ ਗਿਆ ਸੀ। ਸੋ ਇਹਦਾ ਜਵਾਬ ਕੀ ਹੋਏਗਾ? ਡਿਵੈਲਪਮੈਂਟਲ ਮੈਥਡ। ਆਪਸ਼ਨ ਨੰਬਰ C ਨੂੰ ਤੁਸੀਂ ਟਿਕ ਕਰਨਾ ਹੈ। ਐਂਡ ਆਪਾਂ ਚੱਲਦੇ ਹਾਂ ਅੱਜ ਦੇ ਸੈਕੰਡ ਲਾਸਟ ਪ੍ਰਸ਼ਨ ਤੇ। ਟਰਮ PSRN ਇਨ ਡਿਵੈਲਪਮੈਂਟ ਇੰਪਲਾਈਜ਼, ਵਿਕਾਸ ਵਿੱਚ PSRN ਦਾ ਮਤਲਬ ਕੀ ਹੈ? ਪ੍ਰੋਬਲਮ ਸੋਲਵਿੰਗ, ਰੀਜ਼ਨਿੰਗ ਐਂਡ ਨਿਊਮਰੇਸੀ, ਸਮੱਸਿਆ ਹੱਲ, ਤਰਕ ਅਤੇ ਸੰਖਿਆ। ਪ੍ਰੋਬਲਮ ਸੋਲਵਿੰਗ, ਰਿਲੇਸ਼ਨਸ਼ਿਪ ਐਂਡ ਨਿਊਮਰੇਸੀ, ਸਮੱਸਿਆ ਹੱਲ ਕਰਨ ਵਾਲਾ ਸੰਬੰਧ ਅਤੇ ਸੰਖਿਆ। ਜਾਂ ਫਿਰ ਆਪਸ਼ਨ ਨੰਬਰ C, ਪਰਸੈਪਚੁਅਲ ਸਕਿੱਲ, ਰੀਜ਼ਨਿੰਗ ਐਂਡ ਨਿਊਮਰੇਸੀ, ਅਨੁਭਵੀ ਹੁਨਰ, ਤਰਕ ਅਤੇ ਸੰਖਿਆ। ਜਾਂ ਫਿਰ ਆਪਸ਼ਨ ਨੰਬਰ D, ਪਰਸੈਪਚੁਅਲ ਸਕਿੱਲ, ਰਿਲੇਸ਼ਨਸ਼ਿਪ ਐਂਡ ਨੰਬਰਸ, ਅਨੁਭਵੀ ਹੁਨਰ, ਸੰਬੰਧ ਅਤੇ ਸੰਖਿਆਵਾਂ। ਇਹਦਾ ਸਹੀ ਜਵਾਬ ਕੀ ਹੋਏਗਾ? ਇਹਦਾ ਜਿਹੜਾ ਸਹੀ ਜਵਾਬ ਹੈ, ਸਟੈਟਿਕ ਬੇਸਡ ਪ੍ਰਸ਼ਨ ਹੈ ਜੀ, ਇਹਦਾ ਜਿਹੜਾ ਸਹੀ ਜਵਾਬ ਹੋਣਾ ਹੈ ਆਪਸ਼ਨ ਨੰਬਰ A। P ਤੋਂ ਬਣ ਗਿਆ ਪ੍ਰੋਬਲਮ ਸੋਲਵਿੰਗ, ਰੀਜ਼ਨਿੰਗ ਐਂਡ ਨਿਊਮਰੇਸੀ, ਸਮੱਸਿਆ ਹੱਲ, ਤਰਕ ਅਤੇ ਸੰਖਿਆ। ਆਪਸ਼ਨ ਨੰਬਰ A ਨੂੰ ਤੁਸੀਂ ਲਗਾਓਗੇ ਟਿਕ, ਕਿਉਂਕਿ ਇਹੀ ਤੁਹਾਡਾ ਸਹੀ ਜਵਾਬ ਹੈ। ਆਪਸ਼ਨ ਨੰਬਰ A ਨੂੰ ਤੁਸੀਂ ਕਰ ਦਿਓ ਟਿਕ। ਇਸ ਦੇ ਨਾਲ ਹੀ ਆਪਾਂ ਚੱਲਦੇ ਹਾਂ ਅੱਜ ਦੇ ਅਸੀਂ ਲਾਸਟ ਪ੍ਰਸ਼ਨ ਤੇ, ਜਿਹੜਾ ਕਿ ਸਟੈਟਿਕ ਬੇਸਡ ਹੀ ਪ੍ਰਸ਼ਨ ਹੈ
concept of development task was first used by ਕਈ ਵਾਰ ਇਹੋ ਜਿਹੇ ਜਦੋਂ ਪ੍ਰਸ਼ਨ ਪੇਪਰ ਦੇ ਵਿੱਚ ਆ ਜਾਣ ਨਾ ਆਪਣੇ ਤੋਂ ਅਟੈਂਪਟ ਨਹੀਂ ਹੁੰਦੇ ਕਿਉਂਕਿ ਇਹ ਕੁਝ ਸਟੈਟਿਕ ਪ੍ਰਸ਼ਨ ਹੁੰਦੇ ਆ ਇਹ ਆਪਾਂ ਯਾਦ ਨਹੀਂ ਕੀਤੇ ਹੁੰਦੇ ਪ੍ਰਸ਼ਨ ਨੂੰ ਧਿਆਨ ਨਾਲ ਵੇਖੋ ਵਿਕਾਸ ਕਾਰਜ ਦੀ ਧਾਰਨਾ ਸਭ ਤੋਂ ਪਹਿਲਾਂ ਵਰਤੀ ਗਈ ਸੀ ਕਿਹਦੇ ਦੁਆਰਾ ਵਰਤੀ ਗਈ ਸੀ ਕੀ ਉਹ ਹਰਬਰਟ ਸੀਗੇ ਕੀ ਉਹ ਬਰੂਨਰ ਸੀ ਜਾਂ ਫਿਰ ਉਹ ਹਲ ਉਹਨਾਂ ਦਾ ਨਾਮ ਸੀ ਜਾਂ ਫਿਰ ਉਹਨਾਂ ਦਾ ਨਾਮ ਹੈਵਿਗਰਸਟ ਸੀ ਇੱਥੇ ਤੁਹਾਡਾ ਸਹੀ ਜਵਾਬ ਹੈ ਜੀ ਹੈਵਿਗਰਸਟ ਆਪਸ਼ਨ ਨੰਬਰ ਡੀ ਇਜ਼ ਦਾ ਰਾਈਟ ਆਨਸਰ ਇਹ ਅੱਜ ਦਾ ਆਪਣਾ ਲਾਸਟ ਕੁਐਸਚਨ ਸੀ ਉਮੀਦ ਮੈਂ ਇਹੀ ਕਰੂੰਗਾ ਇਹ ਵੀਡੀਓ ਤੁਹਾਡੇ ਲਈ ਕਾਫੀ ਹੈਲਪਫੁਲ ਰਹੀ ਹੋਊਗੀ ਐਂਡ ਤੁਹਾਡੇ ਪੀਐਸ ਡੈਟ ਦੇ ਐਗਜ਼ਾਮ ਲਈ ਡੈਫੀਨਿਟਲੀ ਇਹ ਵੀਡੀਓ ਬਹੁਤ ਜ਼ਿਆਦਾ ਯੂਸਫੁਲ ਹੈਗੀ ਆ ਹੁਣ ਤੁਸੀਂ ਵੀ ਮੇਰਾ ਇੱਕ ਫੇਵਰ ਕਰ ਦਿਓ ਵੀਡੀਓ ਨੂੰ ਲਾਈਕ ਕਰਨ ਤੋਂ ਬਾਅਦ ਆਪਦੇ ਦੋਸਤਾਂ ਤੱਕ ਵੀ ਸ਼ੇਅਰ ਕਰ ਦਿਓ ਐਂਡ ਉਹਨਾਂ ਨੂੰ ਵੀ ਇਨਫੋਰਮ ਕਰ ਦਿਓ ਡੋਰ ਸਟੈਪ ਐਜੂਕੇਸ਼ਨ ਪੁਆਇੰਟ ਤੇ ਪੀਐਸ ਡੈਟ ਦੇ ਰਿਗਾਰਡਿੰਗ ਗਾਈਡੈਂਸ ਹੈਗੀ ਆ ਉਹ ਦਿੱਤੀ ਜਾਂਦੀ ਹੈ ਕੁਝ ਸਟੱਡੀ ਮਟੀਰੀਅਲ ਜਿਹੜਾ ਹੈਗਾ ਵੀਡੀਓ ਦੇ ਫਾਰਮ ਦੇ ਵਿੱਚ ਐਕਸਪਲੇਨੇਸ਼ਨ ਦੇ ਨਾਲ ਇਹ ਵੀ ਪ੍ਰੋਵਾਈਡ ਕਰਵਾਇਆ ਜਾਂਦਾ ਹੈ ਐਂਡ ਮੇਰਾ ਇਹ ਵੀ ਤੁਹਾਡੇ ਨਾਲ ਪ੍ਰੋਮਿਸ ਹੈ ਜਦੋਂ ਤੱਕ ਪੀਐਸ ਟੈਟ ਦੀ ਪ੍ਰੀਖਿਆ ਨਹੀਂ ਕੰਡਕਟ ਕਰਵਾਈ ਜਾਂਦੀ ਆਪਣੇ ਇਸ ਚੈਨਲ ਤੇ ਜਿਹੜੀਆਂ ਵੀਡੀਓਜ਼ ਨੇ ਉਹ ਤੁਹਾਨੂੰ ਡੇਲੀ ਮਿਲਦੀਆਂ ਹੀ ਰਹਿਣਗੀਆਂ ਸੋ ਇਸ ਦੇ ਨਾਲ ਹੀ ਦਿਓ ਇਜਾਜ਼ਤ ਥੈਂਕ ਯੂ ਸੋ ਮਚ ਫॉर ਵਾਚਿੰਗ ਗॉड ब्लेस यू ऑल